ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਗੁਰਬਾਣੀ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਮਤਿ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਅੱਜ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚੋਂ ਸ਼ਲੋਕ ਨੰਬਰ 103 ਤੋਂ 105 ਤੱਕ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1383 ਤੇ ਦਰਜ ਹਨ। ਪਿਛਲੀ ਕਥਾ ਵਿੱਚ ਆਪਾਂ ਸ਼ਲੋਕ ਨੰਬਰ 102 ਤੇ ਕਥਾ ਦੀ ਸਮਾਪਤੀ ਕੀਤੀ ਸੀ, ਜਿਸ ਵਿੱਚ ਬਾਬਾ ਫਰੀਦ ਜੀ ਸਾਨੂੰ ਇਹ ਗੱਲ ਸਮਝਾ ਰਹੇ ਸਨ ਕਿ ਜਦੋਂ ਇਹ ਜਵਾਨੀ ਦੀ ਰੁੱਤ ਢਲ ਜਾਂਦੀ ਏ, ਵਨ ਕੰਬਿਆ ਤੋਂ ਮਤਲਬ ਸੀ ਇਹ ਸਰੀਰ ਕੰਬਣ ਲੱਗ ਪੈਂਦਾ ਹੈ। ਪੱਤ ਝੜੇ ਝੜ ਪਾਹੇ, ਇਹ ਜਿਹੜੇ ਸਾਡੇ ਕਰਮ ਇੰਦਰੇ, ਗਿਆਨ ਇੰਦਰੇ, ਇਹ ਸਾਰੇ ਆਪਣਾ ਆਪਣਾ ਕੰਮ ਜਿਹੜਾ ਉਹ ਹੌਲੀ ਹੌਲੀ ਘਟਾਉਂਦੇ ਇੱਕ ਵਕਤ ਆਉਂਦਾ ਬੰਦ ਹੀ ਕਰ ਦਿੰਦੇ ਨੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਬਾਬਾ ਫਰੀਦ ਜੀ ਇਹ ਗੱਲ ਸਾਨੂੰ ਸਮਝਾਉਂਦੇ ਸਨ ਕਿ ਮੈਂ ਚਾਰੇ ਕੁੰਡਾਂ ਢੂੰਡ ਵੇਖੀਆਂ ਨੇ, ਭਾਵ ਹਰ ਪਾਸੇ ਮੈਂ ਨਿਗਾਹ ਮਾਰ ਕੇ ਵੇਖੀਏ ਕਿ ਸੰਸਾਰ ਵਿੱਚ ਕਿਤੇ ਵੀ ਕੋਈ ਚੀਜ਼ ਸਦਾ ਸਥਿਰ ਰਹਿਣ ਵਾਲੀ ਨਜ਼ਰ ਨਹੀਂ ਆਉਂਦੀ, ਇੱਕ ਪਰਮਾਤਮਾ ਨੂੰ ਛੱਡ ਕੇ। ਜੋ ਕੁਝ ਦਿਸਦਾ ਅਣਦਿਸਦਾ, ਇਹ ਸਾਰੇ ਦਾ ਸਾਰਾ ਹੀ ਬਿਨ ਸੰਹਾਰ ਹੈ, ਖਤਮ ਹੋਣ ਵਾਲਾ ਹੈ। ਤੇ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਸਨ ਕਿ ਜਿੰਨਾ ਚਿਰ ਤੁਹਾਡੇ ਕੋਲ ਇਹ ਸੋਹਣੀ ਜਵਾਨੀ ਦੀ ਰੁੱਤ ਏ, ਉਨਾ ਚਿਰ ਸਾਨੂੰ ਕੁਝ ਕਰ ਲੈਣਾ ਚਾਹੀਦਾ ਹੈ। ਤੇ ਕਰ ਲੈਣ ਤੋਂ ਭਾਵ ਜੋ ਗੁਰਮਤਿ ਦੇ ਅਸੂਲ ਨੇ ਉਹ ਕੋਈ ਬਹੁਤ ਜ਼ਿਆਦਾ ਨਹੀਂ ਹਨ, ਇੱਕ ਦੋ ਹੀ ਗੱਲਾਂ ਨੇ ਵੀ ਸਾਨੂੰ ਪਰਉਪਕਾਰ ਦੇ ਕੰਮ, ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ, ਜਿਸ ਨੂੰ ਆਪਾਂ ਸੇਵਾ ਆਖਦੇ ਹਾਂ। ਤੇ ਫਿਰ ਸੇਵਾ ਕਰਦਿਆਂ ਨਾਲ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਸ ਨੂੰ ਗੁਰਮਤਿ ਵਿੱਚ ਸਿਮਰਨ ਕਰਨਾ ਆਖਦੇ ਨੇ। ਸੋ ਧਰਮ ਦੀ ਕਿਰਤ ਕਰਨਾ, ਲੋਕ ਭਲਾਈ ਦੇ ਕੰਮ ਕਰਨਾ ਤੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਜੇ ਆਪਾਂ ਇਹ ਜਵਾਨੀ ਉਮਰ ਵਿੱਚ ਕਰ ਲਿਆ ਤੇ ਇਹ ਸਭ ਕੁਝ ਹੋ ਜਾਏਗਾ। ਜੇ ਜਵਾਨੀ ਉਮਰ ਸਾਡੇ ਹੱਥੋਂ ਨਿਕਲ ਗਈ, ਭਾਵੇਂ ਇਹ ਸਭ ਕੁਝ ਬੁਢੇਪੇ ਵਿੱਚ ਕੀਤਾ ਜਾ ਸਕਦਾ ਹੈ, ਲੇਕਿਨ ਜੋ ਚਾਂਸਸ ਨੇ ਉਹ ਬਹੁਤ ਘਟ ਜਾਂਦੇ ਨੇ। ਉਹਨਾਂ ਕੁਝ ਆਪਾਂ ਨਹੀਂ ਕਰ ਸਕਦੇ ਬੁਢੇਪੇ ਵਿੱਚ ਜੋ ਆਪਾਂ ਜਵਾਨੀ ਵਿੱਚ ਕਰ ਸਕਦੇ ਹੁੰਦੇ ਹਾਂ। ਸੋ ਸਾਨੂੰ ਸਭਨਾਂ ਨੂੰ ਚਾਹੀਦਾ ਕਿ ਜਿੰਨਾ ਚਿਰ ਵਾਹਿਗੁਰੂ ਜੀ ਨੇ ਸਾਨੂੰ ਇਹ ਸੋਹਣਾ ਜੀਵਨ ਦਿੱਤਾ ਹੈ, ਅਸੀਂ ਸਿਮਰਨ ਕਰੀਏ, ਸੇਵਾ ਕਰੀਏ, ਲੋਕ ਭਲਾਈ ਦੇ ਕੰਮ ਕਰੀਏ, ਧਰਮ ਦੀ ਕਿਰਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਆਪਾਂ ਨਿਰਵਾਹ ਕਰੀਏ। ਅੱਜ ਦੇ ਸ਼ਲੋਕ ਨੰਬਰ 103 ਵਿੱਚ ਫਰੀਦ ਸਾਹਿਬ ਆਖਦੇ ਨੇ, ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ, ਜਿੰਨੀ ਵੇਸੀ ਸ਼ੌਹ ਮਿਲੈ ਸੇਈ ਵੇਸ ਕਰਿਓ। ਕਹਿੰਦੇ ਨੇ ਮੈਂ ਉਹ ਵੇਸ ਕਰ ਲਵਾਂ, ਉਹ ਲਿਬਾਸ ਬਣਾ ਲਵਾਂ
ਜਿਸ ਕਿਸੇ ਵੇਸ ਕਰਨ ਨਾਲ, ਲਿਬਾਸ ਬਣਾਉਣ ਨਾਲ ਮੇਰਾ ਮਾਲਕ ਮੈਨੂੰ ਮਿਲ ਪੈਂਦਾ ਹੋਵੇ। ਹੁਣ ਆਪਾਂ ਵੇਖਦੇ ਹਾਂ ਸੰਸਾਰ ਦੇ ਅੰਦਰ ਬਹੁਤ ਸਾਰੇ ਧਾਰਮਿਕ ਲੋਕਾਂ ਨੇ ਜਿਹੜੇ ਆਪਣੇ ਆਪ ਨੂੰ ਸਾਧੂ ਸੰਤ ਇਸ ਤਰ੍ਹਾਂ ਦੇ ਅਖਵਾਉਂਦੇ ਨੇ। ਉਹਨਾਂ ਨੇ ਅਨੇਕ ਭਾਂਤ ਦੇ ਲਿਬਾਸ ਸਰੀਰ ਉੱਤੇ ਧਾਰਨ ਕੀਤੇ ਹੁੰਦੇ ਨੇ। ਤੇ ਕੀ ਲਿਬਾਸ ਸਰੀਰ ਉੱਤੇ ਧਾਰਨ ਕਰਨ ਨਾਲ ਰੱਬ ਮਿਲ ਪੈਂਦਾ ਸੱਚੀ ਮੁੱਚੀ? ਜੇ ਮਿਲ ਪੈਂਦਾ ਹੋਵੇ ਤੇ ਤੁਸੀਂ ਇੱਕ ਦਿਨ ਸਾਰੇ ਜਣੇ ਲੰਮੇ ਲੰਮੇ ਚੋਲੇ ਪਾ ਕੇ ਵੇਖ ਲਵੋ। ਮੈਨੂੰ ਨਹੀਂ ਲੱਗਦਾ ਕਿ ਕੋਈ ਸਰੀਰ ਉੱਤੇ ਲਿਬਾਸ ਧਾਰਨ ਕਰਨ ਨਾਲ, ਕੋਈ ਕਿਸੇ ਤਰ੍ਹਾਂ ਦਾ ਵੱਖਰਾ ਆਪਣਾ ਰੂਪ ਬਣਾ ਲੈਣ ਨਾਲ ਪਰਮਾਤਮਾ ਖੁਸ਼ ਹੋ ਜਾਏਗਾ ਤੇ ਪਰਮਾਤਮਾ ਸਾਨੂੰ ਮਿਲ ਪਵੇਗਾ। ਫਰੀਦ ਜੀ ਨੇ ਵੀ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਸਾਨੂੰ ਇਹ ਬਚਨ ਬੜੇ ਪਿਆਰ ਨਾਲ ਸਮਝਾਏ ਨੇ ਕਿ ਵੇਸ ਆਖਰ ਤੈਨੂੰ ਕਿਹੋ ਜਿਹਾ ਕਰਨਾ ਚਾਹੀਦਾ ਹੈ। ਕਿ ਸਰੀਰ ਉੱਤੇ ਕੱਪੜੇ ਧਾਰਨ ਕਰਨੇ ਨੇ, ਕੋਈ ਲਿਬਾਸ ਬਣਾਉਣਾ ਕਿ ਕੋਈ ਗੱਲ ਹੋਰ ਹੋ ਰਹੀ ਹੈ। ਫਰੀਦ ਜੀ ਨੇ ਆਪਣੇ ਬਚਨਾਂ ਵਿੱਚ, ਇਹਨਾਂ ਸਲੋਕਾਂ ਵਿੱਚ ਹੀ ਆਪਾਂ ਨੂੰ ਇਹ ਗੱਲ ਸਮਝਾਈ ਏ। ਨਿਵਨ ਸੋ ਅੱਖਰ ਖਵਨ ਗੁਣ ਜਿਹਬਾ ਮਣੀਆਂ ਮੰਤ। ਇਹ ਤਿੰਨ ਗੱਲਾਂ ਦੱਸੀਆਂ ਨੇ ਅੱਜ ਆਪਾਂ ਜਿਹੜੀਆਂ ਪੱਲੇ ਬੰਨਣੀਆਂ ਨੇ। ਨਿਵਨ ਸੋ ਅੱਖਰ ਤੋਂ ਮਤਲਬ ਹੈ ਨਿਮਰਤਾ ਧਾਰਨ ਕਰਨੀ, ਨਿਉ ਜਾਣਾ, ਹੰਕਾਰ ਛੱਡ ਦੇਣਾ। ਖਾਵਨ ਗੁਣ ਦਾ ਮਤਲਬ ਹੁੰਦਾ ਹੈ ਕਿਸੇ ਦੀ ਵਧੀਕੀ ਨੂੰ ਸਹਿਣ ਕਰਨ ਦੀ ਸਮਰੱਥਾ ਹੋਣੀ। ਕਿਸੇ ਨੇ ਮਾੜਾ ਜਿਹਾ ਸਾਨੂੰ ਬੋਲਿਆ, ਅਸੀਂ ਉਸ ਤੋਂ ਅੱਗੋਂ ਚਾਰ ਸੁਣਾ ਕੇ ਸਾਹ ਲੈਂਦੇ ਹਾਂ। ਇਹ ਖਵਨ ਗੁਣ ਨਹੀਂ ਹੁੰਦਾ। ਖਵਨ ਗੁਣ ਹੈ ਕਿ ਸਹਿਣ ਸ਼ਕਤੀ ਸਾਡੇ ਵਿੱਚ ਇੰਨੀ ਜ਼ਿਆਦਾ ਹੋਵੇ ਕਿ ਕੋਈ ਕੁਝ ਆਖ ਵੀ ਜਾਏ ਤੇ ਸਾਨੂੰ ਗੁੱਸਾ ਨਾ ਲੱਗੇ। ਜੇ ਲੱਗੇ ਵੀ ਤੇ ਅਸੀਂ ਕੋਸ਼ਿਸ਼ ਕਰੀਏ, ਯਤਨ ਕਰੀਏ ਕਿ ਉਹਦੇ ਤੇ ਕਾਬੂ ਪਾਈਏ। ਇਸ ਨੂੰ ਆਖਦੇ ਨੇ ਖਵਨ ਗੁਣ। ਫਿਰ ਜੇ ਕਿਸੇ ਨੇ ਸਾਨੂੰ ਮੰਦੇ ਬੋਲ ਵੀ ਦਿੱਤੇ ਤੇ ਫਿਰ ਅਗਲਾ ਗੁਣ ਉਹਨਾਂ ਨੇ ਆਖਿਆ ਜਿਹਵਾ ਮਣੀਆਂ ਮੰਤ। ਤੂੰ ਮਿੱਠੇ ਬੋਲ ਬੋਲਣੇ ਨੇ, ਤੂੰ ਕੌੜੇ ਬਚਨ ਨਹੀਂ ਬੋਲਣੇ। ਕਿਸੇ ਨੇ ਤੈਨੂੰ ਬੋਲ ਦਿੱਤੇ ਨੇ, ਤੂੰ ਸੁਣ ਲਏ ਨੇ, ਤੈਨੂੰ ਗੁੱਸਾ ਵੀ ਆਇਆ ਹੈ, ਉਹਦੇ ਤੇ ਕੰਟਰੋਲ ਕਰ, ਉਹਦੇ ਤੇ ਕਾਬੂ ਪਾ, ਲੇਕਿਨ ਅੱਗੋਂ ਮਾੜੇ ਬਚਨ ਨਾ ਬੋਲੀ। ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ। ਇਹ ਤਿੰਨ ਤਰ੍ਹਾਂ ਦਾ ਲਿਬਾਸ ਤੂੰ ਧਾਰਨ ਕਰ। ਨਿਮਰਤਾ ਧਾਰਨ ਕਰ, ਕਿਸੇ ਦੀ ਵਧੀਕੀ ਨੂੰ ਸਹਿਣਾ ਉਹ ਗੁਣ ਧਾਰਨ ਕਰ, ਤੇ ਅੱਗੋਂ ਮਿੱਠੇ ਮਿੱਠੇ ਬੋਲ ਬੋਲਣੇ, ਕਿਸੇ ਦਾ ਦਿਲ ਨਾ ਦੁਖਾਣਾ। ਇਹ ਤਿੰਨ ਤਰ੍ਹਾਂ ਦਾ ਜੇ ਤੂੰ ਲਿਬਾਸ ਬਣਾ ਲਏ ਤੇ ਫਰੀਦ ਜੀ ਨੇ ਆਖਿਆ ਤਾਂ ਵਾਸਿਆ ਵੀ ਕੰਤ। ਹੇ ਮੇਰੀ ਸਤ ਸੰਗੀ ਭੈਣੇ, ਫਿਰ ਤੇਰੇ ਵਸ ਵਿੱਚ ਤੇਰਾ ਕੰਤ ਯਾਨੀ ਪਰਮਾਤਮਾ ਪ੍ਰਭੂ ਪਤੀ ਤੇਰੇ ਵਸ ਵਿੱਚ ਆ ਸਕਦਾ ਹੈ ਜੇ ਤੂੰ ਆ ਤਿੰਨ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਵੇਂ। ਫਰੀਦ ਜੀ ਆਖਦੇ ਨੇ ਫਰੀਦਾ ਪਾੜ ਪਟੋਲਾ ਭੱਜ ਕਰੀ। ਪਟੋਲਾ ਦਾ ਮਤਲਬ ਹੈ ਰੇਸ਼ਮੀ ਬਸਤਰ। ਧੱਜ ਕਰੀ ਦਾ ਮਤਲਬ ਹੈ ਮੈਂ ਇਹਨੂੰ ਪਾੜ ਕੇ ਲੀਰਾਂ ਬਣਾ ਦਿਆਂ, ਭਾਵ ਪਾੜ ਕੇ ਇਹਨੂੰ ਬੇਕਾਰ ਕਰ ਦਿਆਂ, ਤੇ ਉਹਦੀ ਥਾਂ ਤੇ ਇੱਕ ਮਾੜੀ ਜੀ ਕੰਬਲੀ ਲੈ ਕੇ ਤੇ ਆਪਣੇ ਸਰੀਰ ਦਾ ਨਗਨ ਢੱਕ ਲਵਾਂ। ਬਹੁਤ ਸਾਰੇ ਸਾਧੂ ਤੁਸੀਂ ਵੇਖੋਗੇ ਦੁਨੀਆ ਵਿੱਚ ਇਸ ਤਰ੍ਹਾਂ ਹੀ ਕਰਦੇ ਨੇ। ਉਹ ਬਹੁਤ ਚੰਗੇ ਬਸਤਰ ਨਹੀਂ ਪਹਿਨਦੇ, ਉੱਤੇ ਇੱਕ ਮਾੜੀ ਜੀ ਚਾਦਰ ਜੀ ਲੈ ਕੇ ਆਪਣਾ ਗੁਜ਼ਾਰਾ ਕਰਦੇ ਨੇ। ਪਰ ਇਹਦਾ ਇਹ ਮਤਲਬ ਨਹੀਂ ਕਿ ਇਸ ਤਰ੍ਹਾਂ ਕਰਨਾ ਕਿਤੇ ਰੱਬ ਮਿਲ ਪੈਂਦਾ। ਉਹਨਾਂ ਦਾ ਉਹ ਭਲਾ ਗੁਣ ਹੈ ਕਿ ਉਹ ਗਰੀਬੀ ਵਿੱਚ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਉਹ ਚੰਗੀ ਗੱਲ ਏ। ਲੇਕਿਨ ਰੱਬ ਦਾ ਮਿਲਣਾ ਇਸ ਤਰ੍ਹਾਂ ਨਹੀਂ ਹੁੰਦਾ। ਅੱਗੇ ਆਪਾਂ ਸਮਝਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਫਰੀਦ ਜੀ ਨੇ ਆਖਿਆ ਕਿ ਮੈਂ ਇਹ ਰੇਸ਼ਮੀ ਬਸਤਰ ਪਾੜ ਕੇ ਸੁੱਟਦਿਆਂ ਲੀਰਾਂ ਕਰਦਿਆਂ
ਤੇ ਮਾੜੀ ਜੀ ਕੰਬਲੀ ਪਹਿਨ ਲਵਾਂ ਸਰੀਰ ਉੱਤੇ, ਤੇ ਉਹ ਵੇਸ ਕਰ ਲਵਾਂ ਜਿਹੜੇ ਵੇਸ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਏ। ਗੁਰੂ ਪੰਜਵੇਂ ਪਾਤਸ਼ਾਹ ਨੇ ਆਖਿਆ ਕਿ ਫਰੀਦ ਜੀ, ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਇਹੋ ਜਿਹੇ ਵੇਸ ਤਾਂ ਬਣਾਈ ਫਿਰਦੇ ਨੇ। ਤਿਲਕ ਕੱਢਿਆ ਇਸ਼ਨਾਨ ਕਰ। ਤੁਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਵੇਖੋ, ਉੱਥੇ ਬੜੇ ਬੜੇ ਪੁਰਾਣੇ ਵਿਦਵਾਨ ਪੰਡਿਤ ਬੈਠੇ, ਵਿਦਵਾਨ ਗਿਆਨੀ ਬੈਠੇ ਤੁਹਾਨੂੰ ਮਿਲਣਗੇ, ਤੇ ਉਹਨਾਂ ਨੇ ਆਪਣਾ ਰੂਪ ਕਿਸੇ ਨਾ ਕਿਸੇ ਤਰ੍ਹਾਂ ਨਾਲ ਦੁਨੀਆਦਾਰਾਂ ਨਾਲੋਂ ਵੱਖਰਾ ਬਣਾਇਆ ਹੁੰਦਾ ਹੈ। ਤਿਲਕ ਕੱਢਿਆ ਇਸ਼ਨਾਨ ਕਰੋ, ਉੱਥੇ ਤੀਰਥ ਵਿੱਚ ਨਹਾ ਵੀ ਲੈਂਦੇ ਨੇ, ਤੇ ਫਿਰ ਮੱਥੇ ਉੱਤੇ ਵੱਡੇ ਵੱਡੇ ਤਿਲਕ ਵੀ ਲਾਉਂਦੇ ਨੇ। ਜੇ ਸਾਡੀ ਸਿੱਖਾਂ ਦੀ ਗੱਲ ਕਰੀਏ ਤੇ ਅਸੀਂ ਵੱਡੀ ਸਾਰੀ ਉੱਤੋਂ ਦੀ ਕਿਰਪਾਨ ਪਾ ਕੇ ਬਹਿਨੇ ਆ। ਪਰ ਅੰਤਰ ਕਾ ਲੇਖਨ, ਅੰਦਰੋਂ ਸ਼ੁੱਧ ਨਹੀਂ ਹੋਇਆ, ਅੰਦਰ ਕਾਲਖ ਹੈ ਵਿਕਾਰਾਂ ਦੀ, ਪਾਪਾਂ ਦੀ। ਭੇਖੀ ਪ੍ਰਭੂ ਨਾ ਲੱਭਈ, ਇਹੋ ਜਿਹੇ ਭੇਖ ਧਾਰਨ ਕਰਨ ਨਾਲ ਪਰਮਾਤਮਾ ਨਹੀਂ ਮਿਲਦਾ। ਇਹ ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ। ਤੇ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛੀਏ ਵੀ ਜੇ ਭੇਖਾਂ ਨਾਲ ਨਹੀਂ ਮਿਲਦਾ, ਲਿਬਾਸ ਇਹੋ ਜਿਹੇ ਧਾਰਨ ਕੀਤਿਆਂ ਨਹੀਂ ਮਿਲਦਾ, ਤੇ ਫਿਰ ਕਿਵੇਂ ਮਿਲਦਾ ਵੀ ਹੋਏਗਾ। ਵਿਨ ਸੱਚੀ ਸਿੱਖਣ, ਸੱਚੀ ਸਿੱਖਿਆ ਤੋਂ ਬਿਨਾਂ, ਯਾਨੀ ਸੱਚੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਤੋਂ ਬਿਨਾਂ ਪਰਮਾਤਮਾ ਕਦੀ ਵੀ ਤੇ ਕਿਸੇ ਨੂੰ ਵੀ ਨਹੀਂ ਮਿਲ ਸਕਦਾ। ਸੱਚੀ ਸਿੱਖਿਆ ਸਾਰੀ ਗੁਰਬਾਣੀ ਵਿੱਚ ਸਾਨੂੰ ਦਿੱਤੀ ਗਈ। ਸੱਚੀ ਸਿੱਖਿਆ ਦੀਆਂ ਬਹੁਤ ਸਾਰੀਆਂ ਵਿਦਵਾਨਾਂ ਮਹਾਂਪੁਰਸ਼ਾਂ ਨੇ ਕਿਤਾਬਾਂ ਲਿਖੀਆਂ ਨੇ, ਜਿਨ੍ਹਾਂ ਵਿੱਚ ਚੰਗੇ ਇਨਸਾਨੀ ਗੁਣ ਲਿਖੇ ਹੋਏ ਨੇ। ਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ। ਜਿੰਨਾ ਚਿਰ ਅਸੀਂ ਚੰਗੀਆਂ ਕਿਤਾਬਾਂ ਨਹੀਂ ਪੜ੍ਹਦੇ, ਜਿੰਨਾ ਚਿਰ ਅਸੀਂ ਸਿਆਣੇ ਬਜ਼ੁਰਗਾਂ ਕੋਲ ਨਹੀਂ ਬੈਠਦੇ, ਉਨਾ ਚਿਰ ਸਾਨੂੰ ਇਹ ਚੰਗਿਆਂ ਗੁਣਾਂ ਦਾ ਕਿਵੇਂ ਪਤਾ ਲੱਗੇਗਾ। ਅਸੀਂ ਸਾਰੀ ਜ਼ਿੰਦਗੀ ਛੋਟੀ ਜਿਹੀ ਉਮਰ ਤੋਂ ਸਕੂਲ 'ਚ ਜਾਣਾ ਸ਼ੁਰੂ ਕਰਦੇ ਹਾਂ, ਤੇ 15-20 ਸਾਲ ਆਪਾਂ ਜਾਂਦੇ ਰਹਿੰਦੇ ਹਾਂ, ਪਰ ਉੱਥੇ ਤੇ ਇਹੋ ਜਿਹੀਆਂ ਗੱਲਾਂ ਨਹੀਂ ਦੱਸੀਆਂ ਜਾਂਦੀਆਂ। ਉੱਥੇ ਤੇ ਇਹ ਸਮਝਾਇਆ ਜਾਂਦਾ ਹੈ ਕਿ ਤੁਸੀਂ ਇਹ ਧਨ ਨੂੰ ਦੁੱਗਣਾ ਕਿਵੇਂ ਕਰ ਸਕਦੇ ਹੋ, ਕਿਵੇਂ ਕਿਸੇ ਦੀ ਜੇਬ ਨੂੰ ਕੱਟ ਲੈਣਾ ਤੇ ਉਹਨੂੰ ਕਾਗਜ਼ਾਂ ਦੇ ਉੱਤੇ, ਚਿੱਟੇ ਉੱਤੇ ਕਾਲਾ ਵੀ ਲਿਖ ਲੈਣਾ, ਤੇ ਪਤਾ ਵੀ ਨਾ ਲੱਗੇ ਕਿਸੇ ਨੂੰ ਕਿ ਕਿਸੇ ਨੇ ਧੋਖਾ ਕਰ ਲਿਆ, ਠੱਗੀ ਮਾਰ ਲਈਏ, ਪਤਾ ਵੀ ਨਾ ਲੱਗੇ, ਤੇ ਤੂੰ ਅਗਲੇ ਦੀ ਜੇਬ ਵੀ ਕੱਟ ਲੈਣੀ ਹੈ। ਸਿਖਾਇਆ ਤੇ ਇਹੋ ਹੀ ਜਾਂਦਾ ਜ਼ਿਆਦਾਤਰ। ਭਾਵੇਂ ਚੰਗੀਆਂ ਗੱਲਾਂ ਵੀ ਬੜੀਆਂ ਹੀ ਸਿਖਾਈਆਂ ਜਾਂਦੀਆਂ ਨੇ, ਪਰ ਰੱਬ ਜੀ ਨੂੰ ਕਿਵੇਂ ਮਿਲਣਾ ਇਹ ਤੇ ਨਹੀਂ ਦੱਸਿਆ ਜਾਂਦਾ। ਗੁਰੂ ਜੀ ਆਖਦੇ ਨੇ ਸੱਚੀ ਸਿੱਖਿਆ ਤੋਂ ਬਿਨਾਂ। ਗੁਰਬਾਣੀ ਸਾਰੀ ਸੱਚੀ ਸਿੱਖਿਆ ਹੈ, ਮਹਾਂਪੁਰਸ਼ਾਂ ਦੀਆਂ ਲਿਖਤਾਂ ਸਾਰੀ ਸੱਚੀ ਸਿੱਖਿਆਵਾਂ ਨੇ। ਉਹਨਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਨ ਤੋਂ ਬਿਨਾਂ ਭੇਖ ਧਾਰਨ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹੁਣ ਅੱਗੇ ਤੀਜੇ ਪਾਤਸ਼ਾਹ ਮਹਾਰਾਜ ਜੀ ਸ਼ਲੋਕ ਨੰਬਰ 104 ਵਿੱਚ ਬਾਬਾ ਫਰੀਦ ਜੀ ਦੇ ਇਸ ਸ਼ਲੋਕ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਕੁਛ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਦੇ ਨੇ। ਉਹਨਾਂ ਦੇ ਵਿਚਾਰ ਨੇ, ਕਾਏ ਪਟੋਲਾ ਪਾੜ ਤੇ ਕੰਬਲੜੀ ਪਹਿਰੇ ਫਰੀਦ ਜੀ, ਚੰਗੇ ਬਸਤਰ ਪਾੜਨ ਦੀ ਕੀ ਲੋੜ ਪੈ ਗਈ। ਸਰੀਰ ਉੱਤੇ ਇੱਕ ਕੰਬਲੀ, ਇੱਕ ਚਾਦਰ ਧਾਰਨ ਕਰਨ ਦੀ ਕੀ ਲੋੜ ਪੈ ਗਈ। ਇਹਦੇ ਨਾਲ ਤੇ ਰੱਬ ਨਹੀਂ ਮਿਲਣਾ। ਨਾਨਕ ਘਰ ਹੀ ਬੈਠਿਆਂ ਸ਼ੌ ਮਿਲੈ, ਜੇ ਨੀਅਤ ਰਾਸ ਕਰੇ। ਜੇ ਕੋਈ ਮਨੁੱਖ ਆਪਣੀ ਨੀਅਤ ਰਾਸ ਕਰ ਲਵੇ, ਭਾਵ ਉਹਦੀ ਨੀਅਤ ਸਾਫ਼ ਹੋ ਜਾਏ, ਉਹਦੀ ਨੀਅਤ ਵਿੱਚ ਕੋਈ ਕਾਲਖ ਨਾ ਰਹਿ ਜਾਏ, ਨੀਅਤ ਵਿੱਚ ਕੋਈ ਵਿਕਾਰ ਨਾ ਰਹਿ ਜਾਣ, ਜੇ ਉਹ ਆਪਣੀ ਨੀਅਤ ਨੂੰ ਸਾਫ਼ ਕਰ ਲਵੇ, ਤੇ ਫਿਰ ਕਿਸੇ ਤਰ੍ਹਾਂ ਦਾ ਕੋਈ ਭੇਸ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ। ਘਰ ਹੀ ਬੈਠਿਆਂ ਸ਼ੌ ਮਿਲੇ। ਫਿਰ ਨਾ ਤੁਹਾਨੂੰ ਸੰਨਿਆਸ ਧਾਰਨ ਕਰਨ ਦੀ ਲੋੜ ਏ,
ਨਾ ਤੁਹਾਨੂੰ ਵਾਨਪ੍ਰਸਤ ਕਰਨ ਦੀ ਲੋੜ ਏ, ਨਾ ਤੁਹਾਨੂੰ ਘਰ ਛੱਡ ਕੇ ਕਿਸੇ ਡੇਰੇ ਸਾਧੂ ਦੇ ਕਿਸੇ ਆਸ਼ਰਮ ਤੇ ਜਾਣ ਦੀ ਲੋੜ ਏ, ਨਾ ਵੀ ਕਿਸੇ ਮੰਦਰ ਕਿਸੇ ਗੁਰਦੁਆਰੇ ਜਾ ਕੇ ਬਹਿ ਜਾਈਏ, ਕੋਈ ਵੀ ਜ਼ਰੂਰਤ ਨਹੀਂ। ਬਸ ਆਪਣੀ ਨੀਅਤ ਸਾਫ਼ ਕਰ ਲਈਏ ਤੇ ਘਰ ਬੈਠਿਆਂ ਹੀ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ। ਸੋ ਇਹ ਜਿਹੜੇ ਦੋ ਬਚਨ ਨੇ, ਬਾਬਾ ਫਰੀਦ ਜੀ ਦਾ ਸ਼ਲੋਕ ਨੰਬਰ 103 ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਨੰਬਰ 104, ਇਹ ਦੋਵੇਂ ਸ਼ਲੋਕ ਅੱਜ ਅਸੀਂ ਸਮਝ ਲਏ ਨੇ ਤੇ ਇਹਨਾਂ ਵਿੱਚ ਜਿਹੜੇ ਗੁਣ ਸਮਝਾਏ ਗਏ ਨੇ, ਹੋ ਸਕੇ ਤੇ ਉਹਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨਾ ਵੀ ਇਹ ਭੇਖ ਧਾਰਨ ਕਰਨ ਨਾਲ ਰੱਬ ਨਹੀਂ ਮਿਲਦਾ। ਕੱਪੜੇ ਚੰਗੇ ਬਸਤਰ ਸ਼ਾਹੀ ਠਾਠ ਬਾਠ ਲਾ ਕੇ ਤੇ ਅਸੀਂ ਉੱਤੇ ਇੱਕ ਮੈਲੀ ਜੀ ਚਾਦਰ ਲੈ ਕੇ ਤੁਰ ਪਈਏ ਤੇ ਰੱਬ ਮਿਲ ਜੇਗਾ, ਇਸ ਤਰ੍ਹਾਂ ਨਹੀਂ ਮਿਲਣ ਲੱਗਾ। ਆਪਣੀ ਨੀਅਤ ਨੂੰ ਸਾਫ਼ ਕਰਨਾ ਹੋਏਗਾ, ਨੀਅਤ ਨੂੰ ਰਾਸ ਕਰਨਾ ਹੋਏਗਾ। ਪਹਿਲੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਘਰ ਹੀ ਮੁੰਧ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਘਰ ਹੀ ਪਿਰ, ਇਹਨੂੰ ਇਸ ਤਰ੍ਹਾਂ ਪੜ੍ਹ ਲਈਏ, ਮੁੰਦ ਵਿਦੇਸ਼। ਮੁੰਦ ਦਾ ਮਤਲਬ ਹੁੰਦਾ ਹੈ ਮਾਣਮੱਤੀ ਇਸਤਰੀ, ਤੇ ਅਸੀਂ ਇੱਥੇ ਸਤਸੰਗੀ ਆਖਦੇ ਹਾਂ। ਕਈ ਲੋਕ ਇਹੋ ਜਿਹੇ ਹੁੰਦੇ ਨੇ, ਉਹ ਗੁਰਦੁਆਰਿਆਂ 'ਚ ਆਉਂਦੇ ਨੇ, ਮੰਦਰਾਂ ਮਸੀਤਾਂ 'ਚ ਜਾਂਦੇ ਨੇ, ਡੇਰਿਆਂ ਆਸ਼ਰਮਾਂ 'ਤੇ ਜਾਂਦੇ ਨੇ, ਲੇਕਿਨ ਆਹ ਦਿਮਾਗ ਜਿਹੜਾ ਹੈ ਇਹਦੇ ਵਿੱਚ ਅਹੰਕਾਰ ਉਸੇ ਤਰ੍ਹਾਂ ਹੀ ਰਹਿੰਦਾ ਜਿਵੇਂ ਪਹਿਲਾਂ ਹੁੰਦਾ, ਜਾਣ ਤੋਂ ਪਹਿਲਾਂ। ਜਿੰਨਾ ਚਿਰ ਸਾਡਾ ਦਿਮਾਗ ਟਿਕਾਣੇ ਨਹੀਂ ਆਉਂਦਾ, ਜਿੰਨਾ ਚਿਰ ਇਹਦੇ ਵਿੱਚ ਹੰਕਾਰ ਦੀ ਭਾਵਨਾ ਬਣੀ ਰਹੇਗੀ, ਓਨਾ ਚਿਰ ਘਰ ਵਿੱਚ ਹੁੰਦਾ ਹੋਇਆ ਪਿਰ, ਜਿਵੇਂ ਘਰ ਹੀ ਪਿਰ ਮੁੰਦ ਵਿਦੇਸ਼, ਮਾਲਕ ਘਰ ਵਿੱਚ ਹੁੰਦਾ ਹੋਇਆ ਹੀ ਉਸ ਮਾਣਮੱਤੀ ਜੀਵ ਰੂਪ ਇਸਤਰੀ ਨੂੰ, ਭਾਵ ਇਹੋ ਜਿਹੇ ਸਤ ਸੰਗੀ ਨੂੰ ਇਉਂ ਮਾਲੂਮ ਹੋਏਗਾ ਕਿ ਪਰਮਾਤਮਾ ਕਿਤੇ ਪਰਦੇਸ ਵਿੱਚ ਰਹਿੰਦਾ ਹੈ। ਨਿਤ ਝੂਰੇ ਸੰਭਾਲੇ, ਉਹ ਨਿੱਤਾ ਪ੍ਰਤੀ ਫਿਰ ਝੂਰਦੀ ਰਹਿੰਦੀ ਹੈ। ਸਾਰੀ ਜ਼ਿੰਦਗੀ ਬਹੁਤ ਲੋਕਾਂ ਦੀ ਇਸ ਤਰ੍ਹਾਂ ਹੀ ਲੰਘ ਜਾਂਦੀ ਹੈ, ਧਰਮ ਸਥਾਨਾਂ 'ਤੇ ਫੇਰੇ ਮਾਰਦੇ ਰਹਿੰਦੇ ਨੇ। ਮੈਂ ਇੱਕ ਦਿਨ ਗੱਲ ਕੀਤੀ ਵੀ ਅਸੀਂ ਨਾ ਜਿਹੜੇ ਸਾਡੇ ਧਾਰਮਿਕ ਗੁਰਦੁਆਰੇ ਨੇ, ਖਾਸ ਕਰਕੇ ਭਾਰਤ ਵਿੱਚ, ਉਹਨਾਂ ਦੇ ਨਾ ਉੱਥੇ ਦਰਵਾਜ਼ੇ 'ਤੇ ਉਹ ਥੱਲੇ ਉਹਨਾਂ ਨੇ ਉਹ ਸੰਗਮਰਮਰ ਦੀ ਦਲੀਜ ਜੀ ਲਗਾਈ ਹੁੰਦੀ ਹੈ, ਪੱਥਰ ਦੀ ਦਲੀਜ। ਉਹ ਦਲੀਜਾਂ ਘਸ ਜਾਂਦੀਆਂ ਨੇ ਲੋਕਾਂ ਦੇ ਮੱਥੇ ਟੇਕ ਟੇਕ ਕੇ, ਪੱਥਰ ਦੀਆਂ ਦਲੀਜਾਂ ਘਸਾ ਸੁੱਟੀਆਂ ਨੇ, ਪਰ ਅੰਦਰੋਂ ਨਹੀਂ ਘਾਸਾ ਪਿਆ, ਅੰਦਰੋਂ ਉੱਥੇ ਹੀ ਖੜਾ ਜਿੱਥੇ ਪਹਿਲਾਂ ਖਲੋਤਾ ਸੀ। ਬਦਲਣਾ ਤੇ ਅੰਦਰ ਨੂੰ ਸੀ, ਉਹ ਤਬਦੀਲ ਨਾ ਕੀਤਾ ਤੇ ਉੱਤੋਂ ਮੱਥੇ ਵੀ ਟੇਕੇ, ਰੁਪਈਏ ਵੀ ਚੜਾਏ, ਹੋਰ ਲਿਬਾਸ ਵੀ ਧਾਰਨ ਕਰ ਲਏ, ਭੇਖ ਵੀ ਬਣਾ ਲਏ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਅੰਦਰ ਦੀ ਉਹ ਝੂਰਨਾ ਹੈ ਨਾ ਵੀ ਮੈਨੂੰ ਨਹੀਂ ਮਿਲਿਆ, ਉਹ ਨਹੀਂ ਖਤਮ ਹੋਣ ਵਾਲਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੋ ਹੀ ਬਚਨ ਆਖਿਆ ਹੈ, ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਜੇ ਕੋਈ ਬੰਦਾ ਆਪਣੀ ਨੀਅਤ ਨੂੰ ਰਾਸ ਕਰ ਲਵੇ ਤੇ ਪਰਮਾਤਮਾ ਵੱਲੋਂ ਕੋਈ ਦੇਰੀ ਨਹੀਂ, ਜੇ ਦੇਰੀ ਹੈ ਤੇ ਆਪਣੇ ਵੱਲੋਂ ਹੈ। ਉਹ ਤੇ ਸਾਨੂੰ ਦੋਵੇਂ ਬਾਹਾਂ ਇਸ ਤਰ੍ਹਾਂ ਖਿਲਾਰ ਕੇ ਖਲੋਤਾ ਹੋਇਆ ਵੀ ਆ ਜਾਓ, ਪਰ ਉਹਦੇ ਯੋਗ ਅਸੀਂ ਨਹੀਂ ਬਣ ਪਾਉਂਦੇ, ਅਸੀਂ ਕਾਬਲ ਨਹੀਂ ਹੁੰਦੇ ਕਿ ਪਰਮਾਤਮਾ ਦਾ ਦੀਦਾਰ ਅਸੀਂ ਅੱਖਾਂ ਬੰਦ ਕਰੀਏ ਤੇ ਸਾਡੇ ਅੰਦਰ ਸਾਡੇ ਮਾਲਕ ਦਾ ਸਾਨੂੰ ਦਰਸ਼ਨ ਹੋ ਜਾਏ। ਸਾਡੀ ਉਹ ਯੋਗਤਾ ਨਹੀਂ ਬਣਦੀ, ਤੇ ਯੋਗਤਾ ਨਾ ਬਣਨ ਦਾ ਇੱਕੋ ਹੀ ਕਾਰਨ ਹੈ ਅੱਜ ਦੀ ਇਸ ਵਿਚਾਰ ਵਿੱਚ ਕਿ ਸਾਡੀ ਨੀਅਤ ਰਾਸ ਨਹੀਂ, ਸਾਡੀ ਨੀਅਤ ਸਾਫ਼ ਨਹੀਂ। ਇਸ ਨੂੰ ਸਾਫ਼ ਕਰਨਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ, ਸ਼ਲੋਕ ਨੰਬਰ 105। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ। ਆਗਾਹ ਦਾ ਮਤਲਬ ਹੁੰਦਾ ਹੈ ਬੇਅੰਤ, ਅਪਾਰ, ਬਹੁਤ ਜ਼ਿਆਦਾ। ਇੱਕ ਆਗਾਹ ਹੁੰਦਾ ਹੈ ਕਿਸੇ ਨੂੰ ਜਾਣੂ ਕਰਾਉਣਾ ਕਿਸੇ ਗੱਲ ਤੋਂ, ਉਹ ਵੀ ਆਗਾਹ ਹੁੰਦਾ ਹੈ ਕਿ ਉਹਨੂੰ ਫਲਾਣੇ ਬੰਦੇ ਨੇ ਮੈਨੂੰ ਇਸ ਗੱਲ ਤੋਂ ਆਗਾਹ ਕਰਵਾਇਆ, ਜਾਣੂ ਕਰਵਾਇਆ।
ਪਰ ਇੱਕ ਆਗਾਹ ਦਾ ਮਤਲਬ ਹੁੰਦਾ ਹੈ ਬਹੁਤ ਸਾਰਾ, ਬੇਅੰਤ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ। ਆਪਣੀਆਂ ਵਡਿਆਈਆਂ ਦਾ ਜਿਨ੍ਹਾਂ ਨੂੰ ਹੰਕਾਰ ਏ, ਆਪਣੇ ਧਨ ਦਾ ਜਿਨ੍ਹਾਂ ਨੂੰ ਹੰਕਾਰ ਏ, ਤੇ ਆਪਣੀ ਜਵਾਨੀ ਦਾ, ਆਪਣੇ ਜੋਬਨ ਦਾ। ਜਿਨ੍ਹਾਂ ਮਨੁੱਖਾਂ ਨੂੰ ਆਪਣੀਆਂ ਵਡਿਆਈਆਂ ਵਿੱਚ, ਆਪਣੇ ਧਨ ਵਿੱਚ, ਆਪਣੇ ਜੋਬਨ ਵਿੱਚ ਬਹੁਤ ਸਾਰਾ ਅਹੰਕਾਰ ਭਰਿਆ ਹੋਇਆ ਹੈ। ਗੁਰੂ ਮਹਾਰਾਜ ਆਖਦੇ, ਖਾਲੀ ਚੱਲੇ ਧਨੀ ਸਿਉ, ਟਿੱਬੇ ਜਿਉ ਮੀਹਾ ਹੋ। ਜਿਵੇਂ ਕਿਸੇ ਟਿੱਬੇ ਦੇ ਉੱਤੇ ਮੀਂਹ ਪਵੇ ਉੱਚੀ ਥਾਂ ਤੇ ਉਹ ਪਾਣੀ ਡਿੱਗਦਾ ਡਿੱਗਦਾ ਨਾਲ ਹੀ ਰੜ ਕੇ ਥੱਲੇ ਨਿਵਾਣ ਵਿੱਚ ਚਲਾ ਜਾਂਦਾ ਹੈ। ਤੇ ਉਹ ਜਿਹੜਾ ਟਿੱਬਾ ਜਿਹਦੇ ਉੱਤੇ ਮੀਂਹ ਪਿਆ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ ਹੈ। ਇਹੋ ਜਿਹੀ ਦਸ਼ਾ ਉਹਨਾਂ ਅਹੰਕਾਰੀ ਪੁਰਸ਼ਾਂ ਦੀ ਹੁੰਦੀ ਏ, ਜਿਹੜੇ ਆਪਣੀਆਂ ਵਡਿਆਈਆਂ ਦਾ, ਧਨ ਤੇ ਜੋਬਨ ਦਾ ਮਾਣ ਕਰਦੇ ਨੇ, ਅਹੰਕਾਰ ਕਰਦੇ ਨੇ। ਖਾਲੀ ਚੱਲੇ ਧਨੀ ਸਿਉ, ਧਨੀ ਮੈਨੇ ਇੱਥੇ ਹੈ ਪਰਮਾਤਮਾ ਮਾਲਕ, ਉਸ ਤੋਂ ਆਪਣੀ ਸਾਰੀ ਜ਼ਿੰਦਗੀ ਬਿਤਾ ਕੇ ਖਾਲੀ ਹੀ ਮੁੜ ਜਾਂਦੇ ਨੇ। ਇਸ ਦੁਨੀਆ ਵਿੱਚ ਆਪਾਂ ਕੀ ਲੈਣ ਲਈ ਆਏ ਸਾਂ? ਇਹ ਵੀ ਸਾਨੂੰ ਸੱਚੀ ਸਿੱਖਿਆ ਗੁਰੂ ਜੀ ਦੱਸਦੇ ਨੇ ਕਿ ਤੁਸੀਂ ਇਸ ਧਰਤੀ ਉੱਤੇ ਸੱਚ ਨੂੰ ਵਿਹਾਜਣ ਲਈ ਆਏ ਹੋ, ਤੇ ਸੱਚ ਹੈ ਕੇਵਲ ਤੇ ਕੇਵਲ ਪਰਮਾਤਮਾ। ਬਾਕੀ ਸਭ ਕੁਝ ਬਿਨ ਸੰਹਾਰ ਏ। ਜੋ ਬਿਨ ਸੰਹਾਰ ਹੁੰਦਾ ਉਸ ਨੂੰ ਝੂਠ ਆਖਿਆ ਜਾਂਦਾ। ਪਰਮਾਤਮਾ ਸੱਚ ਏ, ਉਸ ਸੱਚ ਨੂੰ ਅਸੀਂ ਵਿਹਾਜਣ ਵਾਸਤੇ ਆਏ ਸਾਂ। ਗੁਰੂ ਜੀ ਨੇ ਆਪਾਂ ਨੂੰ ਆਖਿਆ ਸੀ, ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭ ਹੈ ਖੇਪ ਤੁਮਾਰੀ। ਸੱਚ ਨੂੰ ਪੱਲੇ ਬੰਨੋ, ਸੱਚ ਦਾ ਵਣਜ ਕਰੋ, ਸੱਚ ਦਾ ਵਪਾਰ ਕਰੋ। ਤੇ ਜੇ ਤੁਸੀਂ ਇਹ ਨਾ ਕਰੋਗੇ, ਫਿਰ ਖਾਲੀ ਚੱਲੇ ਧਨੀ ਸਿਉ, ਉਸ ਸੱਚ ਤੋਂ ਤੁਸੀਂ ਖਾਲੀ ਮੁੜ ਜਾਓਗੇ ਇਸ ਦੁਨੀਆ ਵਿੱਚ 100 ਸਾਲ ਗੁਜ਼ਾਰ ਕੇ। ਤੇ ਜਦੋਂ ਜਾਵਾਂਗੇ, ਉਹ ਜੂਏ ਵਿੱਚ ਜਿਵੇਂ ਕੋਈ ਹਾਰ ਕੇ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਹਾਰ ਕੇ ਖਾਲੀ ਹੱਥ ਤੁਰ ਜਾਂਦਾ ਹੈ, ਸਾਡੇ ਨਾਲ ਕਿਤੇ ਉਹ ਗੱਲ ਨਾ ਬਣੇ। ਖਾਲੀ ਚੱਲੇ ਧਨੀ ਸਿਉ, ਟਿੱਬੇ ਜਿਉ ਮੀਹਾਹੂ ਤੋਂ ਮਤਲਬ ਇਹ ਕਿ ਜਿਵੇਂ ਸਾਡੇ ਅੰਦਰ ਹੰਕਾਰ ਦੇ ਟਿੱਬੇ ਬਣੇ ਹੋਏ ਨੇ, ਤੇ ਜਿਹੜੀ ਇਹ ਗੁਰੂ ਦੀ ਸੱਚੀ ਸਿੱਖਿਆ ਦੀ ਬਰਸਾਤ ਹੁੰਦੀ ਏ, ਇਹ ਉੱਥੇ ਰੁਕਦੀ ਹੀ ਨਹੀਂ, ਥੱਲੇ ਉਤਰ ਜਾਂਦੀ ਏ। ਸੋ ਅਸੀਂ ਸਭ ਤੋਂ ਪਹਿਲੀ ਗੱਲ ਆਪਣੇ ਅੰਦਰ ਦੇ ਅਹੰਕਾਰ ਦਾ ਤਿਆਗ ਕਰੀਏ, ਨੀਅਤ ਰਾਸ ਕਰੀਏ, ਤਾਂ ਜੋ ਸਾਨੂੰ ਇਸ ਜੀਵਨ ਦੇ ਵਿੱਚ ਜੋ ਸਾਡੀ ਜ਼ਿੰਦਗੀ ਦਾ ਮਕਸਦ ਏ, ਅਸੀਂ ਉਸ ਨੂੰ ਪੂਰਿਆਂ ਕਰ ਪਾਈਏ। ਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਹਉਮੈ ਦੀਰਘ ਰੋਗ ਹੈ। ਦੀਰਘ ਦਾ ਮਤਲਬ ਹੁੰਦਾ ਹੈ ਬਹੁਤ ਵੱਡਾ ਰੋਗ। ਹਉਮੈ ਬਹੁਤ ਵੱਡਾ ਰੋਗ ਹੈ ਜੀ। ਜਿਨ੍ਹਾਂ ਨੂੰ ਲੱਗ ਜਾਂਦਾ ਹੈ, ਉਹਨਾਂ ਦਾ ਇਸ ਤੋਂ ਬਚਣਾ ਬੜਾ ਮੁਸ਼ਕਿਲ ਹੁੰਦਾ ਹੈ। ਬਚਿਆ ਜਾ ਸਕਦਾ ਹੈ, ਲੇਕਿਨ ਫਿਰ ਨਾ ਕੋਸ਼ਿਸ਼ ਨਹੀਂ ਬੰਦਾ ਕਰਦਾ। ਉਹ ਹੰਕਾਰ ਹੀ ਇੰਨਾ ਹੁੰਦਾ ਹੈ ਕਿ ਉਹ ਹੰਕਾਰ ਹੀ ਇਸ ਨੂੰ ਸਿਖਾ ਰਿਹਾ ਹੁੰਦਾ, ਅੰਦਰੋਂ ਦੱਸ ਰਿਹਾ ਹੁੰਦਾ ਕਿ ਤੂੰ ਬਿਲਕੁਲ ਠੀਕ ਹੈ। ਮਨੁੱਖ ਗਲਤ ਕੰਮ ਕਰਦਾ ਹੋਇਆ ਵੀ ਆਪਣੇ ਆਪ ਨੂੰ ਠੀਕ ਮੰਨੀ ਰੱਖਦਾ, ਕਿਉਂਕਿ ਅੰਦਰ ਅਹੰਕਾਰ ਹੈ। ਜਿੰਨਾ ਚਿਰ ਉਹ ਅਹੰਕਾਰ ਦੀ ਨਿਵਰਤੀ ਨਹੀਂ ਹੁੰਦੀ, ਜਿੰਨਾ ਚਿਰ ਇਹ ਨਿਮਰਤਾ ਵਿੱਚ ਥੱਲੇ ਨਹੀਂ ਉਤਰਦਾ, ਓਨਾ ਚਿਰ ਗੁਰਮੁਖੋ ਗੱਲ ਬਣਨ ਵਾਲੀ ਨਹੀਂ। ਸੋ ਆਪਾਂ ਯਤਨ ਕਰੀਏ ਅੱਜ ਦੀ ਇਸ ਗੁਰਮਤਿ ਦੇ ਵਿਚਾਰ ਵਿੱਚੋਂ ਜੋ ਆਪਾਂ ਬਚਨ ਸਿੱਖੇ ਨੇ, ਉਹ ਸਿਰਫ ਇੰਨੇ ਕੁ ਨੇ ਵੀ ਇੱਕ ਤੇ ਅਸੀਂ ਕੋਈ ਸਾਨੂੰ ਭੇਸ ਬਣਾਉਣ ਦੀ ਲੋੜ ਨਹੀਂ, ਕੋਈ ਦੁਨੀਆਦਾਰਾਂ ਨਾਲੋਂ ਵੱਖਰੀ ਕਿਸਮ ਦਾ ਬਾਣਾ ਪਹਿਨਣ ਦੀ ਲੋੜ ਨਹੀਂ। ਜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਿਆ ਹੋਵੇ ਤੇ ਉਹਨਾਂ ਦੇ ਇਤਿਹਾਸ ਵਿੱਚ ਭਾਈ ਗੁਰਦਾਸ ਲਿਖਦੇ ਨੇ, ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਗਏ ਸਨ ਨਾ, ਉਹ ਯਾਤਰਾਵਾਂ ਤੇ
ਲੋਕ ਭਲਾਈ ਵਾਸਤੇ ਜਦੋਂ ਗਏ, ਉਦੋਂ ਜਿਹੋ ਜੀ ਥਾਂ ਤੇ ਜਾਂਦੇ ਉਹੋ ਜਿਹੇ ਬਸਤਰ ਪਾ ਲੈਂਦੇ। ਜੇ ਸਾਧੂਆਂ ਕੋਲ ਜਾਂਦੇ ਸਾਧੂਆਂ ਵਾਲੇ ਪਾ ਲੈਂਦੇ, ਜੋਗੀਆਂ ਕੋਲ ਜਾਂਦੇ ਜੋਗੀਆਂ ਵਾਲੇ ਪਾ ਲੈਂਦੇ। ਮੱਕੇ ਮਦੀਨੇ ਗਏ ਤੇ ਉਹੋ ਜਿਹੀ ਪੋਸ਼ਾਕ ਪਹਿਨ ਲਈ। ਉਹਦਾ ਮਤਲਬ ਕੁਝ ਹੋਰ ਨਹੀਂ ਸੀ, ਸਿਰਫ ਇੰਨਾ ਹੀ ਸੀ ਕਿ ਜੇ ਮੈਂ ਮੱਕੇ ਵਾਲਿਆਂ ਵਰਗੀ ਪੋਸ਼ਾਕ ਨਾ ਪਾਈ ਤੇ ਉਹਨਾਂ ਮੈਨੂੰ ਅੰਦਰ ਨਹੀਂ ਵੜਨ ਦੇਣਾ। ਇਸ ਲਈ ਪਾਈ ਸੀ, ਰੱਬ ਨੂੰ ਮਿਲਣ ਲਈ ਨਹੀਂ ਸੀ ਪਾਈ ਉਹਨਾਂ ਨੇ। ਤੇ 4 ਉਦਾਸੀਆਂ ਤੋਂ ਬਾਅਦ ਉਹ ਕਰਤਾਰਪੁਰ ਆ ਗਏ। ਤੇ ਭਾਈ ਸਾਹਿਬ ਨੇ ਲਿਖਿਆ ਕਿ ਜਦੋਂ ਕਰਤਾਰਪੁਰ ਆਏ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਉਹਨਾਂ ਨੇ ਆ ਕੇ ਉਹ ਸਾਰਾ ਜਿਹੜਾ ਭੇਸ ਬਣਾਇਆ ਸੀ ਨਾ, ਜੋਗੀਆਂ ਵਾਲਾ, ਸਾਧੂਆਂ ਵਾਲਾ, ਫਕੀਰਾਂ ਵਾਲਾ, ਕਾਜ਼ੀਆਂ ਮੁਲਾਣਿਆਂ ਵਾਲਾ, ਉਹ ਸਾਰੇ ਭੇਸ ਉਤਾਰ ਦਿੱਤੇ ਉਹਨਾਂ ਨੇ। ਹੁਣ ਕਿਹੋ ਜਿਹੇ ਕੱਪੜੇ ਪਾਏ? ਸੰਸਾਰੀ ਕੱਪੜੇ। ਤੇ ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਹੈ ਅੱਜ ਕੱਲ੍ਹ, ਜਿੱਥੇ ਕਰਤਾਰਪੁਰ ਹੈ, ਕਰਤਾਰਪੁਰ ਯਾਨੀ ਪਾਕਿਸਤਾਨ ਵਿੱਚ ਹੈ, ਤੇ ਉੱਥੋਂ ਦੇ ਲੋਕ ਕਿਹੋ ਜਿਹੇ ਕੱਪੜੇ ਪਾਉਂਦੇ ਨੇ। ਅੱਜ ਵੀ ਅਸੀਂ ਵੇਖਦੇ ਹਾਂ, ਖੁੱਲ੍ਹਾ ਜਿਹਾ ਕੁੜਤਾ ਤੇ ਥੱਲੇ ਚਾਦਰਾ ਜਿਹਾ ਬੰਨ੍ਹਦੇ ਨੇ ਤੇ ਸਿਰ ਤੇ ਗੋਲ ਪੱਗ ਬੰਨ੍ਹਦੇ ਨੇ। ਇਹ ਉਹਨਾਂ ਦਾ ਪਹਿਰਾਵਾ ਹੈ। ਤੇ ਭਾਈ ਸਾਹਿਬ ਆਖਦੇ ਨੇ ਕਿ ਗੁਰੂ ਨਾਨਕ ਨੇ ਇਹੋ ਹੀ ਪਹਿਰਾਵਾ ਪਾਇਆ ਸੀ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਉਹਨਾਂ ਨੂੰ ਸਮਝ ਆ ਗਈ ਸੀ ਕਿ ਸਾਨੂੰ ਲੋਕਾਂ ਨੂੰ ਸਮਝਾ ਰਹੇ ਸਨ ਕਿ ਇਹਨਾਂ ਭੇਖਾਂ ਵਿੱਚ ਰੱਬ ਨਹੀਂ ਵੱਸਦਾ, ਨਾ ਇਹ ਭੇਖ ਧਾਰਨ ਨਾਲ ਰੱਬ ਮਿਲਦਾ ਹੈ। ਸੋ ਇੱਕ ਗੱਲ ਇਹ ਹੋ ਗਈ ਕਿ ਕੋਈ ਕਿਸੇ ਪ੍ਰਕਾਰ ਦਾ ਭੇਖ ਧਾਰਨ ਕਰਨ ਤੋਂ ਸੰਕੋਚ ਕੀਤਾ ਜਾਏ, ਤੇ ਦੂਸਰਾ ਨੀਅਤ ਰਾਸ ਕੀਤੀ ਜਾਏ। ਨੀਅਤ ਰਾਸ ਹੋਣੀ ਹੈ, ਅਹੰਕਾਰ ਦਾ ਤਿਆਗ ਕਰੇ। ਸੋ ਇਹ 3 ਬਚਨ ਜੀ ਅੱਜ ਆਪਾਂ ਇਸ ਅੱਜ ਦੇ ਵਿਚਾਰ ਚੋਂ ਸਮਝੇ ਨੇ, ਤੇ ਹੋ ਸਕੇ ਤੇ ਇਹਨਾਂ 3 ਵਿਚਾਰਾਂ ਨੂੰ ਜ਼ਰੂਰ ਪੱਲੇ ਬੰਨੋ। ਮੈਂ ਤੁਹਾਨੂੰ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਇਹ ਗੱਲਾਂ ਨੋਟ ਕਰ ਲੈਣੀਆਂ ਚਾਹੀਦੀਆਂ ਨੇ, ਪਰ ਆਪਣਾ ਇਸ ਤਰ੍ਹਾਂ ਸੁਭਾਅ ਨਹੀਂ ਬਣਿਆ। ਮੈਂ ਪਤਾ ਨਹੀਂ ਕਿਉਂ ਨਹੀਂ ਬਣਦਾ। ਐਤਵਾਰ ਵੀ ਵੇਖੀਦਾ, ਸਾਰੇ ਲੋਕ ਆਏ ਬੈਠੇ, ਥੱਲੇ ਉੱਠ ਕੇ ਪਕੌੜੇ ਖਾਦੇ ਤੇ ਚਲੇ ਗਏ। ਇੱਕ ਕਲਾਸ ਹੈ ਨਾ ਆਪਣੀ, ਤੇ ਕਲਾਸ ਵਿੱਚ ਜੇ ਤੁਹਾਡੇ ਕੋਲ ਨੋਟਬੁੱਕ ਨਾ ਹੋਵੇ, ਪੈਨ ਕਾਗਜ਼ ਨਾ ਹੋਵੇ, ਤੇ ਕੀ ਕਰਨ ਜਾਂਦੇ ਹੋ ਕਲਾਸ ਵਿੱਚ ਤੁਸੀਂ? ਇਹ ਸਾਡੀ ਧਾਰਮਿਕ ਕਲਾਸ ਹੈ। ਜੇ ਅੱਜ ਦੀਆਂ ਤੁਸੀਂ 3 ਗੱਲਾਂ ਕਿਤੇ ਲਿਖ ਲਈਆਂ ਹੋਣ, ਇਹ ਤੇ ਗੁਰੂ ਜੀ ਦੀਆਂ ਨੇ, ਮੇਰੀਆਂ ਥੋੜੀਆਂ ਨੇ, ਤੇ ਉਹ ਤੁਹਾਡੀ ਸਾਰੀ ਜ਼ਿੰਦਗੀ ਕੰਮ ਦੇ ਸਕਦੀਆਂ। ਤੁਸੀਂ ਆਪਣੇ ਬੱਚਿਆਂ ਨੂੰ ਅੱਜ ਦੇ 3 ਬਚਨ ਦੱਸ ਸਕਦੇ ਹੋ, ਪਰ ਆਪਣਾ ਸੁਭਾਅ ਇਸ ਤਰ੍ਹਾਂ ਨਹੀਂ ਬਣਿਆ। ਨਾ ਹੀ ਕਦੀ ਕਿਸੇ ਨੇ ਆਖਿਆ ਹੈ ਤੇ ਬਸ ਆਏ ਚਲੇ ਗਏ, ਮੱਥਾ ਟੇਕ ਲਿਆ, ਗੁਰਦੁਆਰਾ ਹੋ ਗਿਆ ਕਹਿੰਦੇ ਨੇ। ਮੈਂ ਤੇ ਨਹੀਂ ਕਹਿੰਦਾ ਇਸ ਨੂੰ ਗੁਰਦੁਆਰਾ ਹੋਣਾ, ਪਰ ਹੋ ਗਿਆ। ਜਿਵੇਂ ਕਿਵੇਂ ਹੋ ਗਿਆ ਭਾਈ ਗੁਰਮੁਖੋ, ਆਪਾਂ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਸਮਝੀਏ, ਵਿਚਾਰੀਏ, ਇਸ ਨੂੰ ਜੀਵਨ ਵਿੱਚ ਅਮਲ ਵਿੱਚ ਲਿਆਈਏ, ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਸਫਲ ਹੋਵੇ, ਤੇ ਅਸੀਂ ਜਿਸ ਮਕਸਦ ਲਈ ਇਸ ਸੰਸਾਰ ਵਿੱਚ ਆਏ ਹਾਂ, ਸਾਡਾ ਉਹ ਮਕਸਦ ਜਿਹੜਾ ਹੈ ਉਹ ਪੂਰਾ ਹੋਵੇ। ਇੰਨੇ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੇ ਵਿਚਾਰ ਨੂੰ ਸੁਣਿਆ ਹੈ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।